ਸੋ ਮਸਲੇ ਬਹੁਤ ਨੇ ਜੀ। ਪਰਾਲੀ ਦਾ ਮਸਲਾ ਏ, ਕਿਸਾਨਾਂ ਦਾ ਮਸਲਾ ਏ। ਨਰਿੰਦਰ ਮੋਦੀ ਦਾ ਧੂਆਂ ਬਹੁਤ ਕਢਾਇਆ ਕਿਸਾਨਾਂ ਨੇ ਕਿ ਜਿਹੜੀ ਸਰਕਾਰਾਂ ਦਾ ਰੋਲ ਹੈ, ਜਿਹੜੀ ਸਰਕਾਰਾਂ ਦੀ ਬੁਰਾਈ ਹੈ, ਉਹ ਬਹੁਤ ਵੱਡੇ ਪੱਧਰ ਦੀ ਹੈ। ਇੱਕ ਰਾਵਣ ਦੇ ਤਾਂ 10 ਸਿਰ ਸੀਗੇ, ਇਹਨਾਂ ਦੇ ਤਾਂ ਜੇ 100 ਮੁਖੌਟੇ ਵੀ ਲਾਉਂਗੇ ਨਾ ਤਾਂ ਉਹ ਵੀ ਘੱਟ ਨੇ। ਸੋ ਇੱਥੇ ਮੈਨੂੰ ਇੱਕ ਆਪਣਾ ਹੀ ਸ਼ੇਅਰ ਯਾਦ ਆਉਂਦਾ, ਮੈਂ ਲਿਖਿਆ ਸੀ ਕਿ ਕਿਹੜੇ ਕਾਨੂੰਨ ਕਿਹੜੇ ਰੂਲ ਦੀਆਂ ਗੱਲਾਂ, ਕਿਹੜੇ ਕਾਨੂੰਨ ਕਿਹੜੇ ਰੂਲ ਦੀਆਂ ਗੱਲਾਂ, ਛੱਡ ਪਰੇ ਸਭ ਨੇ ਫਜ਼ੂਲ ਦੀਆਂ ਗੱਲਾਂ, ਕਿ ਲਾਸ਼ਾਂ ਤੇ ਲੀਡਰ ਖਲੋ ਕੇ ਨਿੱਤ ਕਰਦੇ ਨੇ। ਲਾਸ਼ਾਂ ਤੇ ਲੀਡਰ ਖਲੋ ਕੇ ਨਿੱਤ ਕਰਦੇ ਨੇ ਭਾਰਤ ਦੇ ਝੰਡੇ ਵਾਂਗੂ ਝੂਲਦੀਆਂ ਗੱਲਾਂ। ਲਾਸ਼ਾਂ ਤੇ ਲੀਡਰ ਖਲੋ ਕੇ ਨਿੱਤ ਕਰਦੇ ਨੇ ਭਾਰਤ ਦੇ ਝੰਡੇ ਵਾਂਗੂ ਝੂਲਦੀਆਂ ਗੱਲਾਂ। ਦੋਸਤੋ, ਹਾਲ-ਬਿਆਨੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਹਾਲ-ਬਿਆਨੀ ਦੇ ਵਿੱਚ ਤੁਸੀਂ ਸੋਚਦੇ ਹੋਵੋਗੇ ਕਿ ਮੈਂ ਕਿਸ ਤਰ੍ਹਾਂ ਪਹਿਲਾਂ ਮਨਦੀਪ ਮਸੌਨ ਜੀ ਔਰ ਗੁਰਵਿੰਦਰ ਜੀ ਹਾਲ-ਬਿਆਨੀ ਦਾ ਪ੍ਰੋਗਰਾਮ ਕਰਦੇ ਨੇ। ਅੱਜ ਬਠਿੰਡਾ ਸਟੂਡੀਓ ਵਿਖੇ ਪਹੁੰਚੇ ਸੀ ਔਰ ਬਠਿੰਡਾ ਸਟੂਡੀਓ ਵਿਖੇ ਪਹੁੰਚਣ ਦਾ ਮਨ ਬੜੇ ਟਾਈਮ ਤੋਂ ਸੀ, पर जिस तरह राहत इंदौरी साहब का शेयर है कि मेरी सांसों में समाया भी बहुत लगता है, वही शख्स पराया भी बहुत लगता है। मेरी सांसों में समाया भी बहुत लगता है, वही शख्स पराया भी बहुत लगता है। उसे मिलने की तमन्ना भी बहुत है, पर आने जाने में किराया भी बहुत लगता है। उसे मिलने की तमन्ना भी बहुत है, पर आने जाने में किराया भी बहुत लगता है। सो किराए की परवाह ना करते हुए अज बठिंडे पहुंचे सी और बठिंडा मेरे नाल गुरविंदर जी ने। अज हाल-बियानी प्रोग्राम दे विच तुहाडा इंटरटेनमेंट करन दी कोशिश करांगे। सो मसले बहुत ने जी। पराली दा मसला है, किसानां दा मसला है, नरेंद्र मोदी दा धुआं बहुत कढ़ाया किसानां ने, ਉਹਦਾ ਵੀ ਮਸਲਾ ਹੈ। ਸਾਰੇ ਮਸਲਿਆਂ ਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ। ਸੋ ਸਾਡੇ ਨਾਲ ਗੁਰਵਿੰਦਰ ਜੀ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਵਰਿੰਦਰ ਜੀ। ਜੀਟੀ ਰੋਡ FM ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਹੁਣ ਆਪਾਂ ਸਭ ਤੋਂ ਪਹਿਲਾਂ ਪਰਾਲੀ ਦੇ ਮਸਲੇ ਤੋਂ ਗੱਲ ਸ਼ੁਰੂ ਕਰ ਲੈਂਦੇ ਹਾਂ। 12,000 ਕੇਸ ਪੰਜਾਬ ਦੇ ਵਿੱਚ ਦਰਜ ਹੋਏ ਆ ਪਰਾਲੀ ਨੂੰ ਲੈ ਕੇ, ਤੇ 50 ਲੱਖ ਜੁਰਮਾਨਾ ਵੀ ਹੋ ਗਿਆ। ਬਹੁਤ ਸਾਰਾ ਕਹਿੰਦੇ ਧੂਆਂ ਦਿੱਲੀ ਵੱਲ ਨੂੰ ਵੀ ਜਾਂਦਾ। ਇਸ ਮਸਲੇ ਦੇ ਬਾਰੇ ਤੁਸੀਂ ਕੀ ਸੋਚਦੇ ਹੋ? ਗੱਲ ਦੇਖੋ ਵਰਿੰਦਰ ਜੀ, ਅਸੀਂ ਪਿਛਲੀ ਵੀਡੀਓ 'ਚ ਵੀ ਗੱਲ ਕੀਤੀ ਸੀ ਕਿ ਪਰਾਲੀ ਦਾ ਮੁੱਦਾ ਇਕੱਲਾ ਪੰਜਾਬ ਦਾ ਜਾਂ ਦਿੱਲੀ ਦਾ ਮੁੱਦਾ ਨਹੀਂ। ਇਹ ਕਿਸਾਨਾਂ ਨੂੰ ਸਮਝਣ ਦੀ ਲੋੜ ਹੈ ਕਿ ਇਹਦਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਨੂੰ, ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਹੈ। ਦਿੱਲੀ ਤਾਂ ਫਿਰ ਉਹੀ ਗੱਲ ਹੈ ਕਿ ਦਿੱਲੀ ਤਾਂ 3 ਦਿਨਾਂ ਬਾਅਦ 4 ਦਿਨਾਂ ਬਾਅਦ ਉੱਡ ਕੇ ਪਤਾ ਨਹੀਂ ਧੂਆਂ ਪਹੁੰਚਦਾ ਹੈ, ਕਿੰਨਾ ਫੀਸਦੀ ਪਹੁੰਚਦਾ, ਇਹ ਕੋਈ ਨਹੀਂ ਜਾਣਦਾ। ਪਰ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦਾ ਜਿਹੜਾ ਸਾਹ ਲੈਣਾ ਉਹ ਔਖਾ ਹੋਇਆ ਪਿਆ ਪਿਛਲੇ 4-5 ਦਿਨਾਂ ਤੋਂ। ਬੜੇ ਜਿਹੜੇ ਸੂਝਵਾਨ ਕਿਸਾਨ ਨੇ ਉਹਨਾਂ ਨੇ ਕਿਹਾ ਵੀ ਕਿ ਅਸੀਂ ਇਸ ਵਾਰ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ, ਤੇ ਸਰਕਾਰ ਨੇ ਵੀ ਕੁਝ ਕੁ ਸਬਸਿਡੀਆਂ ਦਿੱਤੀਆਂ ਸੀ, ਚਾਹੇ ਉਹ ਜ਼ੀਰੋ ਡਰਿਲ ਹੋਵੇ, ਚਾਹੇ ਸੁਪਰ ਸੀਡਰ ਹੋਵੇ। ਕੁਝ ਕੁ ਲੋਕਾਂ ਨੇ ਉਹਨਾਂ ਦਾ ਫਾਇਦਾ ਉਠਾਇਆ ਤੇ ਕੁਝ ਕੁ ਲੋਕ ਇਹ ਕਹਿ ਰਹੇ ਨੇ ਕਿ ਨਹੀਂ ਲਾਵਾਂਗੇ ਅੱਗ ਅਸੀਂ। ਪਰ ਜਿਵੇਂ ਆਪਾਂ ਦੇਖਿਆ ਕਿ ਕਿਸਾਨ ਜਥੇਬੰਦੀਆਂ ਨੇ, ਸਰਪੰਚਾਂ ਨੇ ਪਿੰਡਾਂ ਵਿੱਚ ਅਨਾਊਂਸਮੈਂਟਾਂ ਵੀ ਕਰਾਈਆਂ ਕਿ ਪਰਾਲੀ ਨੂੰ ਵੱਧ ਤੋਂ ਵੱਧ ਅੱਗ ਲਾਓ, ਦਿੱਲੀ ਤੱਕ ਇਹ ਧੂੰਆਂ ਪਹੁੰਚਾਓ, ਤਾਂ ਜੋ ਜਿਹੜੀ ਸਰਕਾਰ ਹੈ ਉਹਨਾਂ ਦੇ ਕੰਨੀ ਜੂੰ ਸਰਕਾਈ ਜਾ ਸਕੇ। ਪਰ ਲੱਗ ਰਿਹਾ ਹੈ ਕਿ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ, ਕਿਸਾਨਾਂ ਦਾ ਜਿਹੜਾ ਰੋਹ ਹੈ, ਉਹ ਪਰਾਲੀ ਨੂੰ ਅੱਗ ਲਾ ਕੇ ਨਿਕਲ ਰਿਹਾ ਹੈ ਤੇ ਧੂੰਆਂ ਲਗਾਤਾਰ ਵਧੀ ਜਾ ਰਿਹਾ। ਵੈਸੇ ਇਹ ਥੋੜੀ ਜਿਹੀ ਹਾਸੋਹੀਣੀ ਗੱਲ ਆ। ਹਮੇਸ਼ਾ ਹੀ ਬਹੁਤ ਸਾਰੀਆਂ ਹਾਸੋਹੀਣੀਆਂ ਸਾਡੇ ਲੀਡਰਾਂ ਦੀਆਂ ਗੱਲਾਂ ਰਹੀਆਂ। ਕਿਸੇ ਟਾਈਮ ਤੇ ਇਹ ਵੀ ਕਿਹਾ ਕਰਦੇ ਸੀਗੇ ਕਿ ਜਿਹੜੀ ਭਾਖੜਾ ਤੋਂ ਬਿਜਲੀ ਆਉਂਦੀ ਉਹਦੇ ਵਿੱਚੋਂ ਪਾਣੀ ਆਉਂਦਾ ਜਿਹੜਾ ਭਾਖੜਾ ਤੋਂ, ਤੇ ਉਹਦੇ ਵਿੱਚੋਂ ਰਿੜਕ ਕੇ ਬਿਜਲੀ ਕੱਢ ਲੈਂਦੇ, ਸਾਨੂੰ ਤਾਂ ਫੋਕਾ ਪਾਣੀ ਦਿੰਦੇ ਆ, ਹੈ ਨਾ। ਉਸੇ ਤਰ੍ਹਾਂ ਨਾਲ ਮਿਲਦੀ ਜੁਲਦੀ ਜੀ ਗੱਲ ਇਹ ਲੱਗਦੀ ਹੈ। ਕਿਸਾਨਾਂ ਦੇ ਲੀਡਰ ਹਮੇਸ਼ਾ ਹੀ ਕੁਛ ਨਾ ਕੁਛ ਉਹਨੂੰ ਆਪਾਂ ਜਿਹੜੀ ਆਪਾਂ ਕਹਿ ਦਈਏ ਕਿ ਸਿੱਖਿਆ ਦੀ ਘਾਟ ਵੀ ਕਹਿ ਸਕਦੇ ਹਾਂ, ਤੇ ਮਸਲਿਆਂ ਨੂੰ ਸਹੀ ਤਰੀਕੇ ਨਾਲ ਸਮਝਣਾ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਸਹੀ ਤਰੀਕੇ ਨਾਲ ਸਮਝਿਆ ਨਹੀਂ ਜਾਂਦਾ। ਕਿ ਜੇ ਆਪਾਂ ਕਿਸੇ ਦੇ ਘਰ ਆਪਦੇ ਘਰ ਲੱਗਿਆ ਅੱਗ ਤੇ ਕਿਸੇ ਦਾ ਬਸੰਤਰ ਨਾ ਕਹੀਏ, ਜੇ ਆਪਾਂ ਕਿਸੇ ਦੇ ਘਰ ਅੱਗ ਲਾਉਣੇ ਤੇ ਆਪਣੇ ਵੀ ਘਰ ਲੱਗ ਸਕਦੀ ਹੈ, ਹੈ ਨਾ। ਤੇ ਸਭ ਤੋਂ ਪਹਿਲਾਂ ਆਪਾਂ ਨੂੰ ਨੁਕਸਾਨ ਆ, ਉਸ ਤੋਂ ਬਾਅਦ ਦਿੱਲੀ ਨੂੰ ਆ। ਬਾਕੀ ਜਿਵੇਂ ਤੁਸੀਂ ਲੀਡਰਾਂ ਦੀ ਗੱਲ ਕੀਤੀ, ਉਹੀ ਗੱਲ ਹੈ ਨਾ ਜੀ, ਕੁਆਲੀਫਿਕੇਸ਼ਨ ਕੀ ਆਪਣੇ ਲੀਡਰਾਂ ਦੀ। ਆਪਣਾ ਕੋਈ ਵੀ ਲੀਡਰ ਤੁਸੀਂ ਦੇਖ ਲਓ ਕਿ ਕੋਈ ਬਾਲਾ ਪੜ੍ਹਿਆ ਲਿਖਿਆ ਨਹੀਂ ਹੈਗਾ, ਸਿੱਖਿਆ ਦੇ ਫੀਲਡ 'ਚ ਕੋਈ ਜ਼ਿਆਦਾ ਮੁਹਾਰਤ ਨਹੀਂ ਹਾਸਲ ਹੈਗੀ, ਤੇ ਨਾ ਹੀ ਕੋਈ ਕਿਸਾਨੀ ਸੰਬੰਧੀ ਜਾਂ ਖੇਤੀ ਸੰਬੰਧੀ ਆਉਂਦੇ ਨੇ। ਸਾਰੇ ਜਾਂ ਤਾਂ ਜਿਹੜੇ VIP ਲੋਕ ਹੁੰਦੇ ਨੇ, ਚਾਹੇ ਉਹ ਕੋਈ ਆਪਦੇ ਟਾਈਮ 'ਚ ਸਿੰਗਰ ਰਿਹਾ ਹੋਵੇ, ਚਾਹੇ ਕੋਈ ਐਕਟਰ ਰਿਹਾ ਹੋਵੇ, ਇੱਦਾਂ ਦੇ ਫੀਲਡ 'ਚੋਂ ਆਉਂਦੇ ਨੇ। ਉਹਨਾਂ ਨੂੰ ਪਤਾ ਹੀ ਨਹੀਂ, ਉਹ ਜੋ ਰਾਈਟਰ ਲਿਖ ਕੇ ਦੇ ਦਿੰਦੇ ਨੇ, ਜੋ ਸਕ੍ਰਿਪਟ ਉਹਨਾਂ ਨੂੰ ਲਿਖ ਕੇ ਦਿੱਤੀ ਜਾਂਦੀ ਹੈ, ਜਿੰਨੀ ਕੁ ਯਾਦ ਰਹਿ ਜਾਂਦੀ ਹੈ ਉਹ ਬੋਲ ਦਿੰਦੇ ਆ, ਬਾਕੀ ਫਿਰ ਉਹੀ ਹਾਸੋਹੀਣੀ ਗੱਲ ਹੋ ਜਾਂਦੀ ਹੈ। ਹਾਂਜੀ, ਫਿਰ ਉਹੀ ਗੱਲ ਹੈ ਕਿ ਆਪਣਾ ਹਾਸਾ ਬਣ ਜਾਂਦਾ, ਉਹ ਆਪਦੀ ਗੱਲ ਕਰਕੇ ਤੁਰ ਜਾਂਦੇ ਨੇ। ਸੋ ਆਪਾਂ ਪਰਾਲੀ ਦੀ ਗੱਲਬਾਤ ਕੀਤੀ ਹੈ, ਪਰਾਲੀ ਦੇ ਨਾਲ ਧੂਏ ਦੀ ਗੱਲਬਾਤ ਕੀਤੀ ਹੈ। ਕਈ ਲੋਕ ਇਸ ਦਾ ਵੱਖਰੇ ਤਰੀਕੇ ਨਾਲ ਹੱਲ ਕਰ ਰਹੇ ਆ, ਇੱਕ ਮਚਲਿੰਗ ਤਕਨੀਕ ਦੇ ਨਾਲ, ਬਿਨਾਂ ਪਰਾਲੀ ਨੂੰ ਸਾੜੇ ਨਵੇਂ ਤਰੀਕੇ ਨਾਲ
ਕਣਕ ਦੀ ਬਿਜਾਈ ਹੋ ਰਹੀ ਹੈ। ਜਿਸ ਤਰ੍ਹਾਂ ਪਹਿਲਾਂ ਝੋਨੇ ਦੀ ਵੱਖਰੇ ਤਰੀਕੇ ਨਾਲ ਬਿਜਾਈ ਕੀਤੀ ਗਈ ਸੀ, ਝੋਨਾ ਵੱਖਰੇ ਤਰੀਕੇ ਨਾਲ ਲਾਇਆ ਗਿਆ ਸੀਗਾ, ਔਰ ਉਸੇ ਤਰੀਕੇ ਨਾਲ ਹੀ ਹੁਣ ਕਣਕ ਦੀ ਵੀ ਵੱਖਰੇ ਤਰੀਕੇ ਨਾਲ ਬਿਜਾਈ ਹੋ ਸਕਦੀ ਹੈ ਬਿਨਾਂ ਪਰਾਲੀ ਨੂੰ ਜਲਾਏ। ਤੇ ਉਹ ਆਪਾਂ ਜਲਦੀ GT ਰੋਡ FM ਦੇ ਜ਼ਰੀਏ ਵੀ ਉਹਨਾਂ ਦੋਸਤਾਂ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਦੋਸਤ ਇਹ ਤਕਨੀਕ ਅਪਣਾ ਰਹੇ ਆ ਜਾਂ ਇਹ ਤਕਨੀਕ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ। ਅੱਗੇ ਆਪਾਂ ਚੱਲਾਂਗੇ। ਧੂਏਂ ਦੀ ਗੱਲ ਹੋਈ ਹੈ, ਦਿੱਲੀ ਤੱਕ ਧੂੰਆਂ ਪਹੁੰਚਦਾ, ਧੂੰਆਂ ਕਈ ਤਰ੍ਹਾਂ ਦਾ ਧੂੰਆਂ, ਕਈ ਕੱਚਾ ਧੂੰਆਂ ਮਾਰਦੇ ਤੇ ਕਈ ਇੱਕ ਪਾਸੇ ਨਰਿੰਦਰ ਮੋਦੀ ਦਾ ਵੀ ਕਿਸਾਨਾਂ ਵੱਲੋਂ ਬਹੁਤ ਸਾਰਾ ਧੂੰਆਂ ਕਢਾਇਆ ਗਿਆ। ਪਿਛਲੇ ਦੁਸ਼ਹਿਰੇ ਦੇ ਉੱਪਰ ਹੁਣ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਗਏ ਆ ਤੇ ਨਾਲ ਦੀ ਨਾਲ ਕਈ ਅਡਾਨੀਆਂ ਦੇ ਵੀ ਪੁਤਲੇ ਸਾੜੇ ਗਏ ਆ। ਤੇ ਇਹਦੇ ਬਾਰੇ ਕੀ ਕਹੋਗੇ? ਬਿਲਕੁਲ ਜੀ, ਦੁਸ਼ਹਿਰੇ ਦਾ ਜਿਹੜਾ ਤਿਉਹਾਰ ਹੁੰਦਾ ਉਹ ਬੁਰਾਈ ਤੇ ਜਿਹੜੀ ਅੱਛਾਈ ਹੈ, ਜਿਹੜੀ ਚੰਗਿਆਈ ਹੈ, ਉਹਦੀ ਜਿੱਤ ਦਾ ਪ੍ਰਤੀਕ ਮੰਨਿਆ ਗਿਆ। ਤੇ ਸੁਭਾਵਿਕ ਜੀ ਗੱਲ ਹੈ, ਜਦੋਂ ਪੂਰੇ ਪੰਜਾਬ ਵਿੱਚ ਇੰਨਾ ਜ਼ਿਆਦਾ ਵਿਰੋਧ ਹੋ ਰਿਹਾ, ਇੰਨਾ ਜ਼ਿਆਦਾ ਰੋਸ ਹੋ ਰਿਹਾ ਸਰਕਾਰਾਂ ਵਿਰੁੱਧ, ਕਾਰਪੋਰੇਟ ਘਰਾਣੇ ਵਿਰੁੱਧ, ਤਾਂ ਬਹੁਤ ਦਿਨਾਂ ਤੋਂ ਇਹ ਕਿਆਸਾਵਾਂ ਲਗਾਈਆਂ ਜਾ ਰਹੀਆਂ ਸੀ ਕਿ ਨਰਿੰਦਰ ਮੋਦੀ ਦਾ ਪੁਤਲਾ ਫੂਕਣਗੇ ਕਿਸਾਨ ਜਾਂ ਫਿਰ ਅਡਾਨੀਆਂ ਬਾਨੀਆਂ ਦਾ ਫੂਕਣਗੇ, ਤੇ ਉਹ ਗੱਲ ਦੇਖਣ ਨੂੰ ਮਿਲੀ। ਪੰਜਾਬ ਦੇ ਹਰ ਸ਼ਹਿਰ ਵਿੱਚ, ਹਰ ਪਿੰਡ ਵਿੱਚ, ਹਰ ਕਸਬੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਜਿੰਨੇ ਵੀ ਇਹ ਪੁਤਲੇ ਸੀਗੇ, ਰਾਵਣ ਦਾ ਤਾਂ ਮੈਨੂੰ ਲੱਗਦਾ ਇੱਕ ਅੱਧਾ ਪੁਤਲਾ ਹੀ ਸਾੜਿਆ ਹੋਣਾ, ਬਾਕੀ ਸਾਰੇ ਮੋਦੀ ਦੇ ਜਾਂ ਫਿਰ ਅਡਾਨੀ ਬਾਨੀਆਂ ਦੇ ਹੀ ਸਾੜੇ ਸੀਗੇ। ਬਿਲਕੁਲ, ਜੋ ਅੱਜ ਦੇ ਸਮੇਂ ਦੇ ਮੁਤਾਬਿਕ ਮੇਰੇ ਹਿਸਾਬ ਨਾਲ ਪਰਸਨਲੀ ਗੱਲ ਕਰੀਏ ਤਾਂ ਮੇਰੇ ਹਿਸਾਬ ਨਾਲ ਠੀਕ ਹੈ, ਕਿਉਂਕਿ ਆਪਾਂ ਬੁਰਾਈ ਦਿਖਾ ਰਹੇ ਹਾਂ ਤੇ ਕਿਸਾਨਾਂ ਦੇ ਜਦੋਂ ਹੱਕ ਦੀ ਗੱਲ ਕਰਦੇ ਹਾਂ, ਆਮ ਲੋਕਾਂ ਦੇ ਹੱਕ ਦੀ ਗੱਲ ਕਰਦੇ ਹਾਂ, ਤਾਂ ਸਰਕਾਰਾਂ ਨੇ ਸਾਰੇ ਹੱਕ ਖੋਹ ਲਏ। ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾ ਰਿਹਾ ਲੋਕਾਂ ਤੇ, ਮਹਿੰਗਾਈ ਵੱਧਦੀ ਜਾ ਰਹੀ ਹੈ, ਦੇਸ਼ ਦੀ GDP ਘਟਦੀ ਜਾ ਰਹੀ ਹੈ। ਸਰਕਾਰਾਂ ਦਾ ਉਹੀ ਕਹਿਣ ਦੀਆਂ ਗੱਲਾਂ ਹੋਰ ਨੇ, ਕਰਨ ਦੀਆਂ ਹੋਰ ਨੇ। ਸਿਰਫ ਇੱਕ ਝਾਂਸਾ ਦੇ ਦਿੱਤਾ ਜਾਂਦਾ ਕਿ ਇੰਨਾ ਮੁਆਵਜ਼ਾ ਦਿੱਤਾ ਜਾਏਗਾ, ਇੰਨਾ ਰਾਸ਼ੀ ਦਿੱਤੀ ਜਾਏਗੀ, ਹੈ ਨਾ, ਕਰ ਕੁਛ ਰਹੀਆਂ ਨਹੀਂ। ਤੇ ਫਿਰ ਉਹ ਰਾਵਣ, ਮੈਨੂੰ ਤਾਂ ਲੱਗਦਾ ਕਿ ਰਾਵਣ ਵੀ ਇੱਕ ਛੋਟਾ ਕਰੈਕਟਰ ਰਹਿ ਜਾਂਦਾ ਉਹਨਾਂ ਦੇ ਸਾਹਮਣੇ, ਕਿ ਜਿਹੜੀ ਸਰਕਾਰਾਂ ਦਾ ਰੋਲ ਹੈ, ਜਿਹੜੀ ਸਰਕਾਰਾਂ ਦੀ ਬੁਰਾਈ ਹੈ, ਉਹ ਬਹੁਤ ਵੱਡੇ ਪੱਧਰ ਦੀ ਹੈ। ਇੱਕ ਰਾਵਣ ਦੇ ਤਾਂ 10 ਸਿਰ ਸੀਗੇ, ਇਹਨਾਂ ਦੇ ਤਾਂ ਜੇ 100 ਮੁਖੌਟੇ ਵੀ ਲਾਉਂਗੇ ਨਾ ਤਾਂ ਉਹ ਵੀ ਘੱਟ ਨੇ, ਇੰਨੀ ਜ਼ਿਆਦਾ ਬੁਰਾਈ ਭਰੀ ਹੋਈ ਹੈ। ਤੇ ਬਿਲਕੁਲ ਸਹੀ ਕੀਤਾ, ਥਾਂ ਥਾਂ ਤੇ ਧੂੰਆਂ ਕੱਢਿਆ। ਮੋਦੀ ਦਾ ਤਾਂ ਫਿਰ ਬੁਰਾ ਹਾਲ ਹੀ ਕਰਤਾ ਕਿਸਾਨਾਂ ਨੇ, ਕਹਿੰਦੇ ਬਹੁਤ ਧੂੰਆਂ ਕੱਢਿਆ ਜੀ। ਮਲੇਰਕੋਟਲਾ ਦੇ ਵਿੱਚ, ਬਰਨਾਲਾ ਦੇ ਵਿੱਚ ਵੱਡੇ ਇਕੱਠ ਹੋਏ ਆ। ਤੇ ਜੇ ਆਪਾਂ ਤੁਹਾਡੇ ਬਠਿੰਡੇ ਦੀ ਗੱਲ ਕਰੀਏ, ਵੀ ਪਿੱਛੇ ਨਹੀਂ ਰਿਹਾ ਬਠਿੰਡਾ ਕਿਸੇ ਵੀ ਮਸਲੇ 'ਚ ਪਿੱਛੇ ਨਹੀਂ ਰਹਿੰਦਾ ਜੀ। ਬਠਿੰਡੇ ਦੇ ਵਿੱਚ ਬਹੁਤ ਸਾਰੇ ਪੁਤਲੇ ਸਾੜੇ ਗਏ ਆ ਔਰ ਵੱਡੇ ਪੱਧਰ ਤੇ ਇਸ ਚੀਜ਼ ਦਾ ਵਿਰੋਧ ਹੋਇਆ। ਖੇਤੀ ਕਾਨੂੰਨਾਂ ਦੀ ਗੱਲ ਕਰਾਂਗੇ। ਖੇਤੀ ਕਾਨੂੰਨਾਂ ਨਾਲ ਜੁੜਿਆ ਹੋਇਆ ਹੀ ਸੰਘਰਸ਼ ਚੱਲ ਰਿਹਾ ਹੈ, ਜਿਹਦੇ ਕਾਰਨ ਇਹ ਸਾਰਾ ਕੁਝ ਵਾਪਰ ਰਿਹਾ। ਕਾਨੂੰਨ ਇਸ ਤੋਂ ਪਹਿਲਾਂ ਵੀ ਇਹ ਜਿਹੜੀ ਸਰਕਾਰ ਆ, ਇਹ ਕਾਨੂੰਨਾਂ ਦੇ ਵਾਸਤੇ ਜਾਣੀ ਜਾਊਗੀ। ਜਦੋਂ ਇਤਿਹਾਸ ਦੇ ਵਿੱਚ ਇਸ ਸਰਕਾਰ ਦੇ ਬਾਰੇ ਜ਼ਿਕਰ ਹੋਊਗਾ ਤਾਂ ਇਹ ਸਰਕਾਰ ਆਪਣੇ ਕਾਨੂੰਨਾਂ ਦੇ ਕਰਕੇ ਜਾਣੀ ਜਾਊਗੀ। ਤੇ ਸਾਰੇ ਹੀ ਕਾਨੂੰਨ, ਤਕਰੀਬਨ ਸਾਰੇ ਕਾਨੂੰਨ ਲੋਕ ਵਿਰੋਧੀ ਕਾਨੂੰਨ ਸੀ। ਤੇ ਵੱਖ-ਵੱਖ ਤਰੀਕੇ ਨਾਲ ਵੱਖ-ਵੱਖ ਰਾਜਾਂ ਦੇ ਵਿੱਚ ਉਸ ਤਰ੍ਹਾਂ ਦੇ ਮਾਹੌਲ ਬਣਾਏ ਗਏ ਔਰ ਲੋਕਾਂ ਦੇ ਵਿਰੋਧ ਦੇ ਵਿੱਚ ਬਿੱਲ ਪਾਸ ਕੀਤੇ ਗਏ। ਕਈ ਲੋਕਾਂ ਨੂੰ ਕਲੀਨ ਚਿੱਟਾਂ ਦਿੱਤੀਆਂ ਗਈਆਂ। ਸੋ ਇੱਥੇ ਮੈਨੂੰ ਇੱਕ ਆਪਣਾ ਹੀ ਸ਼ੇਅਰ ਯਾਦ ਆਉਂਦਾ, ਮੈਂ ਲਿਖਿਆ ਸੀ ਕਿ ਕਿਹੜੇ ਕਾਨੂੰਨ ਕਿਹੜੇ ਰੂਲ ਦੀਆਂ ਗੱਲਾਂ, ਕਿਹੜੇ ਕਾਨੂੰਨ ਕਿਹੜੇ ਰੂਲ ਦੀਆਂ ਗੱਲਾਂ, ਛੱਡ ਪਰੇ ਸਭ ਨੇ ਫਜ਼ੂਲ ਦੀਆਂ ਗੱਲਾਂ, ਕਿ ਲਾਸ਼ਾਂ ਤੇ ਲੀਡਰ ਖਲੋ ਕੇ ਨਿੱਤ ਕਰਦੇ ਨੇ। ਲਾਸ਼ਾਂ ਤੇ ਲੀਡਰ ਖਲੋ ਕੇ ਨਿੱਤ ਕਰਦੇ ਨੇ ਭਾਰਤ ਦੇ ਝੰਡੇ ਵਾਂਗੂ ਝੂਲਦੀਆਂ ਗੱਲਾਂ। ਲਾਸ਼ਾਂ ਤੇ ਲੀਡਰ ਖਲੋ ਕੇ ਨਿੱਤ ਕਰਦੇ ਨੇ ਭਾਰਤ ਦੇ ਝੰਡੇ ਵਾਂਗੂ ਝੂਲਦੀਆਂ ਗੱਲਾਂ, ਕਿ ਤਲਾਕ ਤਲਾਕ ਤੇ ਤਲਾਕ ਨਾਲੋਂ ਚੰਗੀਆਂ ਨੇ ਕਬੂਲ ਕਬੂਲ ਤੇ ਕਬੂਲ ਦੀਆਂ ਗੱਲਾਂ। ਤਲਾਕ 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 ਨਾਲੋਂ ਚੰਗੀਆਂ ਨੇ ਕਬੂਲ ਕਬੂਲ ਤੇ ਕਬੂਲ ਦੀਆਂ ਗੱਲਾਂ। ਕਿ ਬੰਦਿਆ ਤੂੰ ਕਦੇ ਤਾਂ ਬੰਦਿਆਂ ਦੀ ਗੱਲ ਕਰ, ਬੰਦਿਆ ਤੂੰ ਕਦੇ ਤਾਂ ਬੰਦਿਆਂ ਦੀ ਗੱਲ ਕਰ, ਫਿਰ ਉਹੀ ਰਾਮ ਤੇ ਰਸੂਲ ਦੀਆਂ ਗੱਲਾਂ, ਫਿਰ ਉਹੀ ਰਾਮ ਤੇ ਰਸੂਲ ਦੀਆਂ ਗੱਲਾਂ। ਕਿਹੜੇ ਕਾਨੂੰਨ ਕਿਹੜੇ ਰੂਲ ਦੀਆਂ ਗੱਲਾਂ, ਛੱਡ ਪਰੇ ਸਭ ਨੇ ਫਜ਼ੂਲ ਦੀਆਂ ਗੱਲਾਂ। ਕਾਨੂੰਨਾਂ ਦੇ ਬਾਰੇ ਕੀ ਕਹੋਗੇ ਜੀ? ਬਹੁਤ ਵਧੀਆ ਸ਼ੇਅਰ ਤੁਸੀਂ ਦਰਸਾਇਆ ਵਰਿੰਦਰ ਜੀ। ਬਿਲਕੁਲ, ਇਹ ਸਰਕਾਰ, ਜੇ ਆਪਾਂ ਗੱਲ ਕਰੀਏ, ਸਰਕਾਰ ਸ਼ੁਰੂ ਤੋਂ ਹੀ ਕਾਨੂੰਨਾਂ ਦੀ ਸਰਕਾਰ ਹੀ ਕਹਿ ਸਕਦੇ ਆਪਾਂ ਇਹਨਾਂ ਨੂੰ। ਇਹ ਕੋਈ ਪੁਰਾਣਾ ਜਿਹੜਾ ਚੱਲਦਾ ਰਿਹਾ ਉਹਨੂੰ ਭੰਗ ਕਰਕੇ ਆਪਣਾ ਹੀ ਨਵਾਂ ਕਾਨੂੰਨ ਲੈ ਕੇ ਆ ਜਾਂਦੇ ਨੇ। ਹੋ ਸਕਦਾ ਇਹਨਾਂ ਦਾ ਕੋਈ ਮਕਸਦ ਹੋਵੇ। ਵਿੱਚ ਕਈ ਗੱਲਾਂ ਸੁਣਨ ਨੂੰ ਮਿਲਦੀਆਂ ਕਿ RSS ਦਾ ਜਿਹੜਾ ਏਜੰਡਾ ਚੱਲ ਰਿਹਾ 2024 'ਚ ਉਹਨਾਂ ਨੇ ਸ਼ਤਾਬਦੀ ਆਪਣੀ ਪਹਿਲੀ ਮਨਾਉਣੀ ਹੈ ਤੇ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾ ਕੇ ਛੱਡਣਾ ਹੈ। ਹੋ ਸਕਦਾ ਉਸ ਏਜੰਡੇ ਦੇ ਤਹਿਤ, ਉਸ ਪ੍ਰੋਪੇਗੈਂਡੇ ਦੇ ਤਹਿਤ ਇਹ ਕੰਮ ਕਰ ਰਹੀਆਂ ਹੋਣ। ਅੱਜ ਹੀ ਮੋਹਨ ਭਾਗਵਤ ਦਾ ਬਿਆਨ ਆਇਆ ਜੀ, ਫਰੰਟ ਪੇਜ ਦੀ ਖਬਰ ਆ ਕਿ ਆਪਣਾ ਦੇਸ਼ ਭਾਰਤ ਇੱਕ ਹਿੰਦੂ ਰਾਸ਼ਟਰ ਹੈ। ਉਹ ਕਹਿੰਦੇ ਰਹਿੰਦੇ, ਆਮ ਹੀ ਕਹਿੰਦੇ ਰਹਿੰਦੇ, ਪਹਿਲੀ ਵਾਰ ਨਹੀਂ ਹੈ। ਜੇ ਆਪਾਂ ਮਤਲਬ ਪੰਜਾਬ ਦੀ ਗੱਲ ਕਰੀਏ, ਜਦੋਂ ਖਾਲਿਸਤਾਨ ਦੇ ਸਮਰਥਨ 'ਚ ਕੁਝ ਕੁ ਲੋਕ ਬਿਆਨ ਦਿੰਦੇ ਨੇ ਜਾਂ ਕੋਈ ਹੁੰਦਾ ਤਾਂ ਬਹੁਤ ਵੱਡਾ ਮੁੱਦਾ ਬਣ ਜਾਂਦਾ। ਪਰ ਜੇ ਆਪਾਂ ਪਾਰਲੀਮੈਂਟ ਤੇ ਗੱਲ ਕਰੀਏ ਜਾਂ ਫਿਰ ਆਪਾਂ ਰਾਸ਼ਟਰੀ ਪੱਧਰ ਤੇ ਗੱਲ ਕਰੀਏ ਤਾਂ ਨਰਿੰਦਰ ਮੋਦੀ ਜੀ, ਆਪਣੇ ਪ੍ਰਧਾਨ ਮੰਤਰੀ, ਹੋਰ ਕਈ ਵੱਡੇ ਲੀਡਰ ਬਾਰ-ਬਾਰ ਹਿੰਦੁਸਤਾਨ ਸ਼ਬਦ ਦਾ ਪ੍ਰਯੋਗ ਕਰਦੇ ਨੇ, ਜਦਕਿ ਹਿੰਦੁਸਤਾਨ ਸ਼ਬਦ ਹੀ ਭਾਰਤ ਦੇ ਕਿਤੇ ਵੀ, ਆਪਣੇ ਜੇ ਕਹੀਏ ਆਪਾਂ ਕੌਨਸਟੀਟਿਊਸ਼ਨ ਦੀ ਗੱਲ ਕਰੀਏ, ਜਾਂ ਕਿਤੇ ਵੀ ਨਹੀਂ ਆਉਂਦਾ। ਇਹ ਸਿਰਫ ਇਹਨਾਂ ਨੇ ਇੱਕ ਹਿੰਦੂ ਰਾਸ਼ਟਰ ਦੇ ਲਈ ਬਣਾਇਆ ਹੈ। ਹਿੰਦੁਸਤਾਨ ਸ਼ਬਦ ਹੈ ਜਿਹਨੂੰ ਹਿੰਦੁਸਤਾਨ ਕਹਿ ਦਿੰਦੇ ਨੇ।
ਮੇਰੇ ਹਿਸਾਬ ਨਾਲ ਤਾਂ ਜੇ ਆਪਾਂ ਖਾਲਿਸਤਾਨ ਕਹਿਣ ਵਾਲਿਆਂ ਤੇ ਜਾਂ ਖਾਲਿਸਤਾਨ ਦਾ ਸਮਰਥਨ ਕਰਨ ਵਾਲਿਆਂ ਤੇ ਪਰਚੇ ਪਾਉਂਦੇ ਆ ਤਾਂ ਪਹਿਲਾ ਪਰਚਾ ਤਾਂ ਪ੍ਰਧਾਨ ਮੰਤਰੀ ਤੇ ਕੱਟਣਾ ਚਾਹੀਦਾ ਕਿ ਤੁਸੀਂ, ਇੰਡੀਆ ਇੱਕ ਸੈਕੂਲਰ ਸਟੇਟ ਹੈ, ਆਪਾਂ ਕਹਿੰਦੇ ਕਿ ਸਾਰੇ ਧਰਮ ਸਾਂਝੇ ਨੇ ਤੇ ਆਪਣੇ ਦੇਸ਼ 'ਚ ਸਾਰਿਆਂ ਨੂੰ ਆਪਣਾ ਆਪਣਾ ਧਰਮ ਮੰਨਣ ਦੀ ਇਜਾਜ਼ਤ ਹੈ, ਤੇ ਜਦੋਂ ਇਹ ਇਦਾਂ ਦੀਆਂ ਗੱਲਾਂ ਕਰਦੇ ਨੇ ਫਿਰ ਇਹਨਾਂ ਤੇ ਪਹਿਲਾਂ ਪਰਚਾ ਹੋਣਾ ਚਾਹੀਦਾ ਹੈ। ਤੇ ਜਿਵੇਂ ਕਾਨੂੰਨਾਂ ਦੀ ਗੱਲ ਕੀਤੀ, ਬਿਲਕੁਲ ਇਹ ਕਾਨੂੰਨ ਬਣਾ ਤਾਂ ਰਹੇ ਨੇ, ਜਿਵੇਂ ਤੁਸੀਂ ਕਿਹਾ ਕਿ ਇਹ ਪਬਲਿਕ ਵਿਰੋਧੀ ਨੇ, ਲੋਕ ਵਿਰੋਧੀ ਕਾਨੂੰਨ ਨੇ, ਚਾਹੇ ਉਹ ਖੇਤੀ ਬਿੱਲਾਂ ਦੀ ਗੱਲ ਕਰੀਏ, ਚਾਹੇ ਉਹ ਕਸ਼ਮੀਰ 'ਚੋਂ 370 ਹਟਾਉਣ ਦੀ ਗੱਲ ਕਰੀਏ, ਚਾਹੇ ਉਹ CA ਦੇ ਲੈ ਕੇ ਆਏ ਸੀ ਇਹ ਉਹਦੀ ਗੱਲ ਕਰੀਏ, ਇਹ ਸਾਰੇ ਕਾਨੂੰਨ ਅਸਲ ਵਿੱਚ ਲੋਕਾਂ ਨੂੰ ਸਰਕਾਰ ਵਿਰੋਧੀ ਤੇ ਜਿਹੜਾ ਆਪਾਂ ਕਹਿੰਦੇ ਕਿ ਕਾਨੂੰਨ ਹੈ ਉਹਦੇ ਵਿਰੋਧੀ ਬਣਾ ਰਹੇ ਨੇ ਜੀ। ਤੁਸੀਂ ਦੇਖੋਗੇ ਕਿ ਹੁਣ ਵੀ ਵੈਸੇ ਤਾਂ ਸ਼ੁਰੂ ਹੋ ਚੁੱਕਿਆ ਕਿ ਲੋਕਾਂ ਨੇ ਪਰਵਾਹ ਕਰਨੀ ਛੱਡਤੀ ਕਾਨੂੰਨ ਦੀ। ਬਿਲਕੁਲ ਜੀ, ਬਿਲਕੁਲ। ਜਿਹੜੀ ਇੱਕ ਗੱਲ ਸੀਗੀ ਨਾ ਕਿ ਆਪਾਂ ਡਰਦੇ ਸੀ, ਜਿਹੜਾ ਉਹ ਡਰ ਹੈ ਉਹ ਖਤਮ ਕਰਤਾ। ਲੋਕਾਂ ਦੇ ਮਨਾਂ 'ਚ ਹੈ ਹੀ ਨਹੀਂ ਕਿ ਕਾਨੂੰਨ ਕੀ ਹੈ। ਪਹਿਲਾਂ ਛੋਟੇ-ਮੋਟੇ ਕਾਨੂੰਨ ਹੁੰਦੇ ਸੀ ਜਿਹੜੇ, ਚਾਹੇ ਉਹ ਰੈੱਡ ਬੱਤੀ ਹੋਵੇ ਵੀ ਕ੍ਰਾਸ ਨਹੀਂ ਕਰਨੀ, ਉਹ ਕਰਦੇ ਸੀ ਲੋਕ। ਹੁਣ ਲੋਕਾਂ ਨੂੰ ਲੰਬੇ ਟਾਈਮ ਤੋਂ ਕਿਹਾ ਜਾ ਰਿਹਾ ਕਿ ਪਰਾਲੀ ਨੂੰ ਅੱਗ ਨਹੀਂ ਲਾਉਣੀ, ਫਿਰ ਵੀ ਲੋਕ ਵਿਰੋਧ ਕਰ ਰਹੇ ਨੇ, ਲਾ ਰਹੇ ਨੇ। ਲੋਕਾਂ ਨੂੰ ਕਿਹਾ ਜਾਂਦਾ ਕਿ ਜਿਹੜੇ ਵੀ ਹੋਰ ਕਾਨੂੰਨ ਲੈ ਕੇ ਆਏ, ਖੇਤੀ ਵਿਰੋਧੀ ਕਾਨੂੰਨ ਲੈ ਕੇ ਆਈ ਹੈ ਜਿਹੜੀ ਵੀ ਸਰਕਾਰ ਹੈ ਨਾ, ਉਹਦੇ ਵਿਰੋਧ 'ਚ ਪੰਜਾਬ ਸਰਕਾਰ ਨੇ ਹੀ ਕਾਨੂੰਨ ਪਾਸ ਕਰਤੇ, 4 ਬਿੱਲ ਪਾਸ ਕਰਤੇ। ਉਹ ਮਤਲਬ ਇਹੀ ਹੈ ਕਿ ਲੋਕਾਂ ਦੀ ਜਿਹੜੀ ਮੈਂਟੈਲਿਟੀ ਹੈ, ਜਿਹੜੀ ਸੋਚ ਹੈ, ਉਹ ਇਹ ਬਣ ਗਈ ਕਿ ਆਪਾਂ ਹੁਣ ਕਾਨੂੰਨ ਜਿਹੜਾ ਬਣੇਗਾ ਉਹਨੂੰ ਤੋੜਨਾ ਹੈ ਜੀ। ਲਾਜ਼ ਆਰ ਮੈਂਟ ਟੂ ਬੀ ਬ੍ਰੋਕਨ, ਉਹ ਗੱਲ ਨੂੰ ਹੁਣੇ ਫੋਲੋ ਕਰ ਰਹੇ ਨੇ ਲੋਕ। ਤੇ ਆਉਣ ਵਾਲੇ ਦਿਨਾਂ 'ਚ ਵੀ ਕੋਈ ਵੱਡੀ ਗੱਲ ਨਹੀਂ ਹੋਏਗੀ ਜੇ ਸਾਹਮਣੇ ਆਉਂਦਾ ਕਿ ਜਿਹੜਾ ਹਰ ਕੋਈ ਰੂਲ ਹੈ, ਕੋਈ ਵੀ ਕਾਨੂੰਨ ਜਿਹੜਾ ਨਵਾਂ ਸਰਕਾਰ ਲੈ ਕੇ ਆਊ, ਲੋਕਾਂ ਨੇ ਉਹਦਾ ਵਿਰੋਧ ਹੀ ਕਰਨਾ। ਇਹ ਗੱਲ ਕਿਤੇ ਨਾ ਕਿਤੇ ਅੱਤਵਾਦ ਵੱਲ ਜਾਂ ਮਿਲੀਟੈਂਸੀ ਜਿਹਦਾ ਆਪਾਂ ਕਹਿੰਦੇ ਆ ਉਹਦੇ ਵੱਲ ਜਾ ਰਹੀ ਹੈ, ਤੇ ਰਾਸ਼ਟਰਪਤੀ ਲਾਗੂ ਹੋ ਸਕਦਾ ਕਹਿੰਦੇ ਪੰਜਾਬ ਦੇ ਵਿੱਚ। ਗੱਲ ਕਿਤੇ ਉਧਰ ਨੂੰ ਤਾਂ ਨਹੀਂ ਜਾ ਰਹੀ ਕਿਸਾਨੀ ਸੰਘਰਸ਼ ਤੋਂ ਡਾਇਵਰਟ ਹੋ ਕੇ ਕਿਤੇ, ਕਿਉਂਕਿ ਜਦੋਂ ਲੋਕ ਕਾਨੂੰਨ ਤੋੜਨਗੇ ਤਾਂ ਗੱਲ ਉਧਰ ਨੂੰ ਹੀ ਜਾਣੀ ਹੈ। ਬਿਲਕੁਲ, ਅਸੀਂ ਪਿਛਲੀ ਵੀਡੀਓ 'ਚ ਵੀ ਜ਼ਿਕਰ ਕੀਤਾ ਸੀ ਕਿ ਕਿੱਧਰ ਜਾ ਰਿਹਾ ਹੈ ਕਿਸਾਨੀ ਸੰਘਰਸ਼। ਉਹੀ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਇੱਕ ਕਹਿੰਦੇ ਹੁੰਦੇ ਨੇ ਕਿ ਕਾਨੂੰਨੀ ਦਾਅ ਪੇਚ ਖੇਡ ਰਹੇ ਨੇ ਕਿ ਜੋ ਆਪਾਂ ਇਦਾਂ ਦੇ ਕਾਨੂੰਨ ਲੈ ਕੇ ਆਓ ਜੋ ਲੋਕ ਵਿਰੋਧ ਕਰਨਗੇ, ਜਦੋਂ ਵਿਰੋਧ ਕਰਨਗੇ ਉਹ ਕਾਨੂੰਨੀ ਤੌਰ ਤੇ ਆਪਾਂ ਗਲਤ ਹੋ ਗਏ। ਜਦੋਂ ਆਪਾਂ ਕਾਨੂੰਨੀ ਤੌਰ ਤੇ ਗਲਤ ਆ ਤਾਂ ਸਰਕਾਰ ਆਪਣੇ ਤੇ ਕਾਰਵਾਈ ਕਰ ਸਕਦੀ ਹੈ। ਹੁਣ ਪੰਜਾਬ ਸਰਕਾਰ ਨੇ ਵਿਰੋਧ ਕਰਤਾ, ਪੰਜਾਬ ਸਰਕਾਰ ਵੀ ਵਿਰੋਧੀਆਂ 'ਚ ਆ ਗਈ, ਵਿਰੋਧੀ ਧਿਰ 'ਚ ਆ ਗਈ। ਬਿਲਕੁਲ। ਤੇ ਹੁਣ ਜੇ ਚਾਹੇ ਕੇਂਦਰ ਸਰਕਾਰ ਤਾਂ ਉਹ ਪੰਜਾਬ ਸਰਕਾਰ ਤੇ ਵੀ ਕਾਰਵਾਈ ਕਰ ਸਕਦੀ ਹੈ। ਤੇ ਜਦੋਂ ਕਾਰਵਾਈ ਕਰੇਗੀ, ਸਭ ਤੋਂ ਵੱਡੀ ਕਾਰਵਾਈ ਇਹੀ ਹੈ ਕਿ ਸਰਕਾਰ ਭੰਗ ਹੋ ਜਾਏਗੀ, ਰਾਸ਼ਟਰਪਤੀ ਰਾਜ ਲਾਗੂ ਹੋ ਜਾਏਗਾ, ਮਿਲੀਟੈਂਸੀ ਆਏਗੀ, ਸਾਰਾ ਕੁਝ ਜੋ ਆਪਾਂ ਪਿਛਲੇ 84 ਤੋਂ ਬਾਅਦ ਜਿਹੜਾ ਸਮਾਂ ਇੰਨਾ ਸੰਘਰਸ਼ ਭਰਿਆ ਸਮਾਂ ਕੱਢਿਆ, ਹੋ ਸਕਦਾ ਪੰਜਾਬ ਵਿੱਚ ਫੇਰ ਉਹੀ ਆ ਜੇ। ਕਿਉਂਕਿ ਜਦੋਂ ਇਦਾਂ ਦਾ ਕੋਈ ਘਟਨਾ ਹੁੰਦੀ ਹੈ, ਜਦੋਂ ਇਦਾਂ ਦਾ ਕੋਈ ਸੰਘਰਸ਼ ਵੱਡੇ ਪੱਧਰ ਤੇ ਕੇਂਦਰ ਦੇ ਵਿਰੁੱਧ ਏਡਾ ਸੰਘਰਸ਼ ਹੁੰਦਾ ਤਾਂ ਇੱਕ ਵਾਰ ਤਾਂ ਕੇਂਦਰ ਦੇ ਪੈਰ ਹਿਲਦੇ ਆ, ਤੇ ਫਿਰ ਉਹਨੂੰ ਦਬਾਉਣ ਲਈ ਜਦੋਂ ਸੈਂਟਰ ਸਰਕਾਰ ਕੋਈ ਕਦਮ ਚੱਕਦੀ ਹੈ, ਉਹਦੇ ਨਾਲ ਜਿਹੜਾ ਸੂਬੇ ਦਾ ਵਿਕਾਸ ਹੈ, ਜਿਹੜਾ ਸੂਬੇ ਦਾ ਆਪਾਂ ਕਹਿ ਰਹੇ ਹਾਂ ਕਿ ਟੈਕਨੋਲੋਜੀ ਨਾਲ ਹੋ ਰਿਹਾ ਜਾਂ ਜਿਹੜਾ ਵੀ ਕੋਈ ਆਰਥਿਕ ਵਿਕਾਸ ਹੈ, ਸਮਾਜਿਕ ਵਿਕਾਸ ਹੈ, ਉਹ ਰੁਕ ਜਾਂਦਾ ਹੈ। ਆਪਾਂ ਦੇਖਿਆ ਕਿ 1984 ਤੋਂ ਲੈ ਕੇ 92 ਤੱਕ ਜੋ ਖਾੜਕੂ ਲਹਿਰ ਚੱਲੀ, ਉਹਦੇ ਤਹਿਤ ਜੋ ਵੀ ਪੰਜਾਬ 'ਚ ਘਟਨਾਵਾਂ ਹੋਈਆਂ, ਉਹਦੇ ਨਾਲ ਪੰਜਾਬ 10-15 ਸਾਲ ਪਿੱਛੇ ਖਿੱਚਿਆ ਗਿਆ। ਹੁਣ ਹੋ ਸਕਦਾ ਕਿ ਫਿਰ ਉਹੀ ਕੰਮ ਕੀਤੇ ਜਾਣ ਤਾਂ ਜੋ, ਕਿਉਂਕਿ ਜਦੋਂ ਕੋਈ ਇਦਾਂ ਦੇ ਸਰਕਾਰ ਬਿੱਲ ਲੈ ਕੇ ਆਉਂਦੀ ਹੈ, ਕਾਨੂੰਨ ਲੈ ਕੇ ਆਉਂਦੀ ਹੈ, ਜਿਹੜੇ ਜਾਗਰੂਕ ਵਿਰਤੀ ਦੇ ਲੋਕ ਨੇ ਉਹੀ ਆਵਾਜ਼ ਚੱਕਦੇ ਆ। ਜਿਹੜੇ ਬੰਦੇ ਨੂੰ ਹੁਣ ਪਤਾ ਹੀ ਨਹੀਂ ਕਿ ਹੋ ਕੀ ਰਿਹਾ, ਉਹਨੇ ਤਾਂ ਕੀ ਆਵਾਜ਼ ਚੱਕਣੀ ਹੈ। ਬਿਲਕੁਲ ਜੀ। ਤੇ ਇਹ ਸਰਕਾਰਾਂ ਨੂੰ ਇਹਨਾਂ ਲੋਕਾਂ ਤੋਂ ਹੀ ਡਰ ਹੁੰਦਾ। ਹਾਂ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ 1984 ਦੇ ਨਾਲ ਭਾਵੇਂ ਕਿ ਆਪਣਾ ਬਹੁਤ ਨੁਕਸਾਨ ਹੋਇਆ, ਪਰ ਬਹੁਤ ਸਾਰੀਆਂ ਲਹਿਰਾਂ ਦੀ ਦੇਣ ਵੀ ਹੁੰਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਲੋਕ ਉਸ ਲਹਿਰਾਂ ਨੂੰ ਯਾਦ ਕਰਦੇ ਆ। ਕਈ ਵਾਰ ਜਿਸ ਤਰ੍ਹਾਂ ਆਜ਼ਾਦੀ ਲਹਿਰ ਨੂੰ ਹੀ ਆਪਾਂ ਮੰਨ ਲਈਏ, ਕਿਉਂਕਿ ਇਸ ਤਰੀਕੇ ਨਾਲ ਕਈ ਵਾਰ ਨੈਗੇਟਿਵਿਟੀ ਵੀ ਜਾਂਦੀ ਹੈ ਲੋਕਾਂ ਦੇ ਵਿੱਚ ਕਿ ਆਪਾਂ ਲਹਿਰ ਲਈ ਲੋਕ ਖੜਾ ਨਹੀਂ ਹੋਣਾ ਚਾਹੁੰਦੇ, ਕਿਸੇ ਵੀ ਲਹਿਰ ਲਈ। ਕੋਈ ਇਨਕਲਾਬ ਦੀ ਲਹਿਰ ਹੋ ਗਈ, ਕੋਈ ਕਿਸ ਤਰ੍ਹਾਂ ਦੀ, ਜਿਵੇਂ ਆਜ਼ਾਦੀ ਦੀ ਲਹਿਰ ਮੈਂ ਤੁਹਾਨੂੰ ਦੱਸਿਆ ਹੈ, ਇਸ ਤਰ੍ਹਾਂ ਦੀ ਕੋਈ ਚੰਗੀ ਲਹਿਰ ਵਾਸਤੇ ਵੀ ਲੋਕ ਖੜਨਾ ਫਿਰ ਵਾਜਿਬ ਨਹੀਂ ਸਮਝਦੇ ਵੀ ਇਹ ਤਾਂ ਲਹਿਰਾਂ ਤਾਂ ਇਦਾਂ ਹੁੰਦੀਆਂ ਕਿ ਨੁਕਸਾਨ ਹੀ ਕਰਦੀਆਂ, ਹਮੇਸ਼ਾ ਨੁਕਸਾਨ ਨਹੀਂ ਹੁੰਦਾ, ਉਹਦੇ ਸਾਈਡ ਇਫੈਕਟ ਵੀ ਹੁੰਦੇ ਆ ਤੇ ਉਹਦੇ ਕੋਈ ਪਲੱਸ ਪੁਆਇੰਟ ਵੀ ਹੁੰਦੇ ਆ। ਜੇ ਆਪਾਂ ਗੱਲ ਕਰੀਏ ਹਰੇਕ ਚੀਜ਼ ਦੇ ਵਿੱਚ, ਗੱਲਬਾਤ ਆਪਣੀ ਇਹਨਾਂ ਮਸਲਿਆਂ ਦੇ ਉੱਪਰ ਅੱਗੇ ਚੱਲਦੀ ਰਹਿਣੀ ਹੈ। ਹੁਣ ਛੋਟੇ ਜਿਹੇ ਬ੍ਰੇਕ ਦਾ ਟਾਈਮ ਹੈ ਤੇ ਛੋਟੇ ਜਿਹੇ ਵਕਫੇ ਤੋਂ ਬਾਅਦ ਤੁਹਾਨੂੰ ਮਿਲਦੇ ਆ। ਸੋ ਫਿਲਹਾਲ ਛੋਟਾ ਜਿਹਾ ਵਕਫਾ। GTRoad.FM, your number one South Asian radio station. Omówione najważniejsze sprawy związane z kraju. ਆਕਾਸ਼ਵਾਣੀ ਚੰਡੀਗੜ੍ਹ। ਉਸ ਨਜ਼ਮ ਵਿੱਚ ਇੱਕ ਉਸਤਾਦ। ਦਾਦੂ, ਹਾਂ ਵੀ ਆਜਾ ਆਜਾ। ਆ ਕੀ ਕਰੀ ਜਾਂਦੇ ਹੋ ਤੁਸੀਂ? ਯਾਰ ਚੱਲਦਾ ਹੀ ਨਹੀਂ ਅੱਜ। ਇਹਨੂੰ ਕੀ ਹੋਇਆ ਦਾਦੂ? ਇਹਨੂੰ ਛੱਡੋ ਤੁਸੀਂ। ਆ ਲੋ GT Road FM ਨਵੀਂ ਐਪ ਆਈ ਹੈ। ਇੱਕ ਵਾਰੀ ਐਪ ਤੇ ਕਲਿੱਕ ਕਰੋ, ਸਾਰਾ ਦਿਨ ਨਵੇਂ ਗਾਣੇ ਨਾਲ ਤਾਜ਼ੀਆਂ ਪੰਜਾਬੀ ਖਬਰਾਂ। ਭਾਈ ਕੀ ਬਾਤ ਆ। ਬਸ ਜੀ, ਤੁਸੀਂ ਇੱਕ ਵਾਰੀ ਕਲਿੱਕ ਕਰਨਾ ਹੈ। ਹੁਣ ਦਾਦੂ ਇਹ ਦੱਸੋ, ਮੈਨੂੰ ਨਵਾਂ ਫੋਨ ਦਵਾਓਗੇ ਕਿ ਨਹੀਂ? ਦਵਾਵਾਂਗੇ, ਤੈਨੂੰ ਵੀ ਦਵਾਵਾਂਗੇ, ਪਰ ਆ ਮੇਰੇ ਕੋਲੇ ਰਹੋ। The original, the only one. GT
GTRow.fm. Your number one South Asian radio station. ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ। ਪੰਜਾਬ ਦੇ ਵੱਖ-ਵੱਖ ਮਸਲਿਆਂ ਦੇ ਬਾਰੇ ਗੱਲਬਾਤ ਹੋ ਰਹੀ ਹੈ ਔਰ ਹੁਣ ਆਪਾਂ ਪੰਜਾਬ ਤੋਂ ਥੋੜੀ ਬਾਹਰ ਦੀ ਗੱਲਬਾਤ ਕਰਾਂਗੇ। BC ਦੇ ਵਿੱਚ ਜਿਹੜੇ ਚੋਣਾਂ ਦੇ ਨਤੀਜੇ ਆ ਚੁੱਕੇ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। 8 ਪੰਜਾਬੀ ਉਹਦੇ ਵਿੱਚ ਜਿਹੜੇ ਚੁਣੇ ਗਏ ਨੇ, ਵਿਧਾਇਕ ਬਣੇ ਨੇ, ਸੋ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਹਾਂਜੀ ਗੁਰਵਿੰਦਰ ਜੀ, ਉਹ ਜਿਹੜੇ ਕੱਲ BC ਦੇ ਨਤੀਜੇ ਆਏ ਆ ਤੇ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਪੰਜਾਬੀ ਜਿਹੜੇ ਜਿਨ੍ਹਾਂ ਨੇ ਮੱਲਾਂ ਮਾਰੀਆਂ ਜੀ? ਹਾਂਜੀ ਵਰਿੰਦਰ ਜੀ, ਇੱਕ ਵਾਰ ਫਿਰ ਸਾਹਮਣੇ ਆਇਆ ਕਿ ਜਿਹੜੀ ਪੰਜਾਬੀਆਂ ਦੀ ਕੌਮ ਹੈ, ਪੰਜਾਬੀਆਂ ਦੀ ਬੱਲੇ ਬੱਲੇ, ਉਹ ਇਕੱਲੇ ਪੰਜਾਬ 'ਚ ਨਹੀਂ, ਪੰਜਾਬ ਤੋਂ ਬਾਹਰ ਜਿਵੇਂ ਆਪਾਂ ਮੁਲਕਾਂ ਦੀ ਗੱਲ ਕਰੀਏ, ਕੈਨੇਡਾ, ਅਮਰੀਕਾ, ਇੰਗਲੈਂਡ, ਸਾਰੇ ਕਿਤੇ ਹੀ ਪੰਜਾਬੀਆਂ ਦੀ ਤੂਤੀ ਬੋਲਦੀ ਹੈ। ਜੇਕਰ ਕੱਲ੍ਹ ਦੇ ਇਲੈਕਸ਼ਨਾਂ ਦੀ ਗੱਲ ਕਰੀਏ ਤਾਂ 55 ਸੀਟਾਂ ਮਿਲੀਆਂ ਨੇ NDP ਨੂੰ ਤੇ ਉਸ ਦੇ ਵਿੱਚੋਂ 8 ਜਿਹੜੇ ਨੇ ਉਹ ਪੰਜਾਬ ਨਾਲ ਸੰਬੰਧਿਤ ਨੇ। ਨਾਮਾਂ ਦਾ ਜ਼ਿਕਰ ਕਰੀਏ ਤਾਂ ਅਮਨਦੀਪ ਸਿੰਘ ਨੇ, ਹੈਰੀ ਬੈਂਸ ਨੇ, ਜਗਰੂਪ ਬਰਾੜ, ਰਵਿੰਦਰ ਕਾਲੋਂ, ਰਾਜ ਚੌਹਾਨ, ਜੋਗਿੰਦਰ ਕੌਰ, ਨਿੱਕੀ ਸ਼ਰਮਾ ਅਤੇ ਰਚਨਾ ਸਿੰਘ। ਇਹ 8 ਨਾਮ ਨੇ ਜਿਹੜੇ ਸੀਟਾਂ ਜਿੱਤ ਕੇ ਵਿਧਾਇਕ ਬਣੇ ਨੇ। ਇਹਨਾਂ ਵਿੱਚੋਂ 5 ਨੇ ਜਿਹੜੇ ਉਹ ਮੇਲ ਨੇ ਤੇ 3 ਫੀਮੇਲ ਨੇ। ਤਾਂ ਇਹ ਨਹੀਂ ਕਹਾ ਕਿ ਪੰਜਾਬ ਤੋਂ ਬਾਅਦ ਇਕੱਲੇ ਪੰਜਾਬੀ ਜਿਹੜੇ ਨੇ ਮਰਦ ਨੇ ਉਹੀ ਅੱਗੇ ਨੇ, ਔਰਤਾਂ ਵੀ ਬਰਾਬਰ ਅੱਗੇ ਆ ਕੇ ਪੰਜਾਬ ਦੀ ਸ਼ਾਨ ਵਿੱਚ ਵਾਧਾ ਕਰਦੀਆਂ ਆ ਰਹੀਆਂ ਨੇ। ਇਹ ਇੱਥੋਂ ਇੱਕ ਹੋਰ ਗੱਲ ਵਰਿੰਦਰ ਮੈਨੂੰ ਯਾਦ ਆਉਂਦੀ ਹੈ ਕਿ ਹੋ ਸਕਦਾ ਜਿਹੜੀ ਕੇਂਦਰ ਸਰਕਾਰ ਹੈ ਉਹਨੂੰ ਪਤਾ ਹੈ ਕਿ ਜੇ ਦਿੱਲੀ ਦਾ ਤਖਤ ਕੋਈ ਪਲਟ ਸਕਦਾ ਹੈ, ਜੇ ਦਿੱਲੀ ਤੇ ਕੋਈ ਕਬਜ਼ਾ ਲੈ ਸਕਦਾ ਹੈ, ਜੇ ਦਿੱਲੀ ਤੇ ਕਿਸੇ ਹੋਰ ਦਾ ਝੰਡਾ ਝੂਲ ਸਕਦਾ ਹੈ, ਤਾਂ ਉਹ ਸਿਰਫ ਪੰਜਾਬੀਆਂ ਦੀ ਕੌਮ ਹੈ, ਉਹ ਸਿਰਫ ਖਾਲਸਿਆਂ ਦੀ ਕੌਮ ਹੈ। ਤੇ ਇਸੇ ਡਰ ਦੇ ਤਹਿਤ ਹੋ ਸਕਦਾ ਹੈ ਕਿ ਜੋ ਆਪਾਂ ਪਿਛਲੇ 2-3 ਸਾਲਾਂ ਤੋਂ ਦੇਖ ਰਹੇ ਹਾਂ ਕਿ ਕੇਂਦਰ ਸਰਕਾਰ ਦਾ ਜਿਹੜਾ ਰਵੱਈਆ ਪੰਜਾਬੀਆਂ ਦੇ ਪ੍ਰਤੀ ਜਾਂ ਪੰਜਾਬ ਦੇ ਪ੍ਰਤੀ ਜਾਂ ਸਿੱਖਾਂ ਦੇ ਪ੍ਰਤੀ ਆਪਾਂ ਗੱਲ ਕਰੀਏ, ਜੇ ਆਪਾਂ ਧਰਮ ਦੇ ਸਪੈਸੀਫਿਕ ਗੱਲ ਕਰੀਏ, ਤਾਂ ਹੋ ਸਕਦਾ ਇਸੇ ਕਾਰਨਾਂ ਕਰਕੇ ਉਹਨਾਂ ਦਾ ਰਵੱਈਆ ਇੰਨਾ ਮਾੜਾ ਰਿਹਾ। ਉਹ ਦਬਾਉਣਾ ਚਾਹੁੰਦੇ, ਉਹਨਾਂ ਨੂੰ ਪਤਾ ਹੈ ਕਿ ਜੇ ਇਹ ਕੌਮ ਉੱਠ ਖੜੀ ਇੱਕ ਵਾਰ, ਆਜ਼ਾਦੀ ਦੀ ਆਪਾਂ ਗੱਲ ਕਰੀਏ ਤਾਂ ਵੀ ਸ਼ੁਰੂਆਤ ਸੀ ਜਿਹੜਾ ਲੰਬਾ ਸੰਘਰਸ਼ ਸੀ, ਤਾਂ 90% ਜਿਹੜੀਆਂ ਕੁਰਬਾਨੀਆਂ ਸੀ ਉਹ ਪੰਜਾਬੀਆਂ ਦੀਆਂ ਸੀ। ਤੇ ਉਹਨਾਂ ਨੂੰ ਇਹੀ ਡਰ ਹੈ ਕਿ ਮਨ ਦੇ ਵਿੱਚ ਕਿ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸੱਤਾ ਪਲਟ ਹੁੰਦੀ ਹੈ ਜਾਂ ਕੋਈ ਵੀ ਸੰਘਰਸ਼, ਚਾਹੇ ਉਹ ਸ਼ਾਂਤੀ ਵਾਲਾ ਹੋਵੇ, ਚਾਹੇ ਉਹ ਹਿੰਸਾਵਾਦੀ ਹੋਵੇ, ਚਾਹੇ ਉਹ ਮਿਲੀਟੈਂਸੀ ਵਾਲਾ ਹੋਵੇ, ਜੇ ਕੋਈ ਸੰਘਰਸ਼ ਇੱਦਾਂ ਦਾ ਉੱਠ ਕੇ ਸਾਹਮਣੇ ਆਉਂਦਾ ਤਾਂ ਉਹ ਪੰਜਾਬੀਆਂ ਵੱਲੋਂ ਹੋਏਗਾ। ਇਸੇ ਕਰਕੇ ਉਹ ਲਗਾਤਾਰ ਇਹ ਕੋਸ਼ਿਸ਼ਾਂ ਕਰ ਰਹੇ ਨੇ ਕਿ ਪੰਜਾਬੀਆਂ ਨੂੰ ਦਬਾ ਕੇ ਰੱਖਿਆ ਜਾਵੇ, ਪੰਜਾਬੀਆਂ ਨੂੰ ਆਪਣੇ ਹੀ ਮਸਲਿਆਂ ਤੋਂ, ਚਾਹੇ ਉਹ ਬੇਅਦਬੀਆਂ ਦਾ ਮਸਲਾ ਹੋਵੇ, ਚਾਹੇ ਆਪਾਂ ਦੇਖਿਆ ਕਿ ਹੁਣ ਜਿਹੜੇ ਸਰੂਪ ਸੀਗੇ ਲਾਪਤਾ ਹੋਏ ਸੀ, ਉਹਨਾਂ ਗੱਲ ਜਿਹੜੀ ਉਹਦੇ ਵਿੱਚ ਹੁਣ ਉੱਥੇ ਝੜਪ ਸਾਹਮਣੇ ਆਈ ਹੈ, ਉਹ ਕੀ ਹੈ, ਉਹ ਜਿਹੜੇ ਪੰਜਾਬੀਆਂ ਦੇ ਆਪਣੇ ਮੁੱਦੇ ਨੇ ਉਹ ਕ੍ਰੀਏਟ ਹੋ ਜਾਂਦੇ ਨੇ। ਉਹਨਾਂ ਦਾ ਜਿਹੜਾ ਧਿਆਨ ਹੈ ਉਹ ਜਿਹੜੇ ਹੁੰਦੇ ਨੈਸ਼ਨਲ ਮੁੱਦਿਆਂ ਤੋਂ ਹਟ ਕੇ ਇਕੱਲਾ ਰੀਜਨਲ ਮੁੱਦਿਆਂ ਤੱਕ ਰਹਿ ਜਾਂਦਾ ਹੈ। ਆਪਣੇ ਜਿੰਨਾ ਜੇਕਰ ਆਪਣੇ ਆਪਦੇ ਘਰੇ ਲੜਾਈ ਚੱਲ ਰਹੀ ਹੈ, ਆਪਾਂ ਕਿਸੇ ਹੋਰ ਦਾ ਮਸਲਾ ਕੀ ਕਰ ਲਾਂਗੇ? ਜਦੋਂ ਆਪਾਂ ਅੰਦਰੋਂ ਸਟਰੋਂਗ ਆ, ਜਦੋਂ ਆਪਣੇ ਅੰਦਰ ਸਾਰਾ ਕੁਝ ਠੀਕ ਚੱਲ ਰਿਹਾ, ਆਪਣੇ ਕਿਸੇ ਸੰਸਥਾ ਦੀ ਗੱਲ ਕਰੀਏ, ਕਿਸੇ ਦੇਸ਼ ਦੀ ਗੱਲ ਕਰੀਏ, ਕਿਸੇ ਵੀ ਚੀਜ਼ ਦੀ ਗੱਲ ਕਰੀਏ, ਜਿੰਨਾ ਜੇਕਰ ਆਪਣੀ ਅੰਦਰੂਨੀ ਜਿਹੜੀ ਲੜਾਈ ਹੈ, ਜਿਹੜੀ ਝੜਪ ਹੈ, ਉਹ ਨਹੀਂ ਹੈਗੀ ਸਹੀ, ਜਿੰਨਾ ਜੇਕਰ ਆਪਣਾ ਇੰਟਰਨਲ ਜਿਹੜੀ ਆਪਣੀ ਪ੍ਰੋਗਰਾਮਿੰਗ ਹੈ, ਇੰਟਰਨਲ ਜਿਹੜੀ ਆਪਣੀ ਪ੍ਰੋਸੈਸਿੰਗ ਹੈ ਸਟਰੋਂਗ ਨਹੀਂ, ਆਪਾਂ ਬਾਹਰੋਂ ਕੁਝ ਨਹੀਂ ਕਰ ਸਕਦੇ। ਕਰੋਨਾ ਦੀ ਗੱਲ ਚੱਲੀ, ਕਰੋਨਾ ਵੀ ਕੀ ਸੀ, ਇਮਿਊਨਿਟੀ, ਜਿੰਨਾ ਜੇਕਰ ਆਪਾਂ ਅੰਦਰੋਂ ਨਹੀਂ ਲੜ ਸਕਦੇ, ਬਾਹਰੋਂ ਆਪਾਂ ਨਹੀਂ ਬਚ ਸਕਦੇ। ਉਹੀ ਗੱਲ ਹੈ ਕਿ ਵੱਖ-ਵੱਖ ਮੁੱਦੇ ਇੱਦਾਂ ਦੇ ਕ੍ਰੀਏਟ ਕੀਤੇ ਜਾ ਰਹੇ ਨੇ ਕੇਂਦਰ ਵੱਲੋਂ, ਤਾਂ ਜੋ ਜਿਹੜਾ ਪੰਜਾਬੀਆਂ ਦਾ ਧਿਆਨ ਹੈ ਉਹ ਅੰਦਰ ਹੀ ਰਹਿ ਜੇ ਤੇ ਬਾਹਰ ਕੀ ਹੋ ਰਿਹਾ ਹੈ, ਵਰਲਡ ਲੈਵਲ ਤੇ, ਨੈਸ਼ਨਲ ਲੈਵਲ ਤੇ ਕੀ ਗੇਮ ਖੇਡ ਰਹੀ ਹੈ ਸਰਕਾਰ, ਕੀ ਕੁਝ ਹੋ ਰਿਹਾ ਉਹ ਪਤਾ ਹੀ ਨਾ ਲੱਗੇ। ਹਾਂਜੀ। ਔਰ ਗੁਰਵਿੰਦਰ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਇਹਨਾਂ ਮਸਲਿਆਂ ਦੇ ਉੱਪਰ ਵਿਚਾਰ ਕਰਨ ਦੇ ਵਾਸਤੇ। ਉਮੀਦ ਹੈ ਸਾਡੇ ਦਰਸ਼ਕਾਂ ਨੂੰ ਵੀ ਇਹ ਪ੍ਰੋਗਰਾਮ, ਇਹ ਗੱਲਬਾਤ ਪਸੰਦ ਆਈ ਹੋਏਗੀ। ਔਰ ਦੋਸਤੋ, ਅਗਰ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਉਂਦਾ ਤਾਂ ਇਹਨੂੰ ਆਪਣੇ ਅੱਗੇ ਵੀ ਦੋਸਤਾਂ ਦੇ ਨਾਲ ਸ਼ੇਅਰ ਕਰਿਆ ਕਰੋ। ਟਿੱਪਣੀਆਂ ਦੇ ਵਿੱਚ ਤੁਸੀਂ ਆਪਣੇ ਸੁਝਾਅ ਤੇ ਵਿਚਾਰ ਦੱਸ ਸਕਦੇ ਹੋ। ਇਸੇ ਤਰ੍ਹਾਂ ਤੁਸੀਂ ਸਾਨੂੰ YouTube ਦੇ ਉੱਪਰ ਫੋਲੋ ਕਰ ਸਕਦੇ ਹੋ, YouTube ਦੇ ਉੱਪਰ ਸਬਸਕ੍ਰਾਈਬ ਕਰ ਸਕਦੇ ਹੋ, Facebook ਦੇ ਉੱਪਰ ਫੋਲੋ ਕਰ ਸਕਦੇ ਹੋ ਸਾਨੂੰ। ਸਾਡੀ ਪਲੇ ਸਟੋਰ ਦੇ ਉੱਪਰ GT Road FM ਦੀ ਐਪਲੀਕੇਸ਼ਨ ਮਿਲ ਜਾਏਗੀ, ਉਸ ਦੇ ਉੱਪਰ ਜਾ ਕੇ ਸਾਨੂੰ ਤੁਸੀਂ ਸਾਡੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ, ਉਸ ਦੇ ਉੱਪਰ ਵੀ ਫੋਲੋ ਕਰ ਸਕਦੇ ਹੋ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਹਾਂਜੀ ਵਰਿੰਦਰ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਅੱਜ ਬਠਿੰਡਾ ਦੇ ਸਟੂਡੀਓ ਵਿੱਚ ਆਉਣ ਲਈ, ਇੰਨਾ ਸਮਾਂ ਦਿੱਤਾ। ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸੋ ਇੱਕ ਹੋਰ ਗੱਲ ਸੀ ਦੋਸਤੋ ਕਿ ਜਿਹੜੇ ਵੀ ਦੋਸਤ ਸਾਨੂੰ ਸੁਝਾਅ ਵਿਚਾਰ ਦੇਣਾ ਚਾਹੁੰਦੇ ਆ ਜਾਂ ਤੁਸੀਂ ਇੱਥੇ ਆ ਕੇ ਆਪਣੇ ਵਿਚਾਰ ਰੱਖਣਾ ਚਾਹੁੰਦੇ ਹੋ ਸਾਡੇ ਇਸ ਹਾਲ ਬਿਆਨੀ ਦੇ ਪ੍ਰੋਗਰਾਮ ਦੇ ਵਿੱਚ, ਜਾਂ ਸਾਨੂੰ ਕਿਸੇ ਮੁੱਦੇ ਤੋਂ ਜਾਣੂ ਕਰਾਉਣਾ ਚਾਹੁੰਦੇ ਹੋ, ਤਾਂ ਸਾਡੇ ਨੰਬਰਾਂ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। 98725 26430 98725 26430 ਸਾਡਾ ਨੰਬਰ ਹੈ। ਇਸ ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ। ਔਰ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਇਸ ਨੰਬਰ 'ਤੇ ਸੰਪਰਕ ਕਰਕੇ, ਬਠਿੰਡਾ ਸਟੂਡੀਓ ਦਾ ਨੰਬਰ ਹੈ, ਤਾਂ ਬਠਿੰਡਾ ਹਲਕੇ ਦੇ ਨਾਲ, ਇਲਾਕੇ ਦੇ ਨਾਲ ਰਿਲੇਟਡ ਜਿੰਨੇ ਵੀ ਦੋਸਤ ਨੇ ਉਹ ਇਸ ਨੰਬਰ 'ਤੇ ਸੰਪਰਕ ਕਰਕੇ ਸਾਨੂੰ ਸੁਝਾਅ ਵਿਚਾਰ ਦੇ ਸਕਦੇ ਆ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।